ना डरा, जिस प्रीत न जाए। जो बन जाने ना डरा, जिस प्रीत न जाए। जो बन जाने ना डरा, जिस प्रीत न जाए। जो बन जाने ना डरा, जिस प्रीत न जाए। जोबन प्रीत बिन सुख गए कुमलाए। कितनी जोबन प्रीत बिन वाह वाह सुख गए कुमलाए। जो बन जावे ना डरा, ये शै प्रीत ना जाए। किते प्रकार ना टूटो प्रीत, तन तन श्री गुरु गोबिंद सिंह जी। किते प्रकार ना टूटो प्रीत, दास तेरे की निर्मल रीत। जी प्राण मन तन ते प्यारा, हो में बंद हर देवन हारा। चरण कमल स्यो लागो ने हो, चरण कमल स्यो लागो ने हो। नानकी बेनंती है, नानकी बेनंती है। जो बन जावे ना डरा, जिस प्रीत न जाए। जो जाने ना डरा, जो बन जावे ना डरा ना बन जाने ना डरा, ना डरा ना डरा जाने ना ना डरा ना 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 जिस प्रीत न जाए। जो बन जाने ना डरा, जिस प्रीत न जाए। फरीदा कितनी जोबन प्रीत बिन सुख गए कुमलाए। जोबन जांदे ना डरा, जैसे प्रीत न जाए। साध संगत गुरु की गोद में बैठ के एक हुंदा निरोल कीर्तन, एक हुंदा कथा कीर्तन। कथा कीर्तन का आनंद मान रहे हो कि समाजिक बुराइयां गुरु दे नाल ਜਿਹੜੀ चीज़ राही दूर हाँ उन्हां गल्लां दी विचार जिन्हों कहंदे ने मन की पत्री वाचनी ही
ਸੁਖੀ ਹੂੰ ਸੁਖ ਸਾਰ ਪਤਰੀ ਵਾਚ ਰਹੇ ਹੋ। ਉਦਾਸ ਬੇਨਤੀ ਕਰ ਰਿਹਾ ਸੀ, ਅੱਜ ਹੜ੍ਹ ਆਇਆ ਪਿਆ। ਕਲਗੀਧਰ ਪਾਤਸ਼ਾਹ ਜੀ ਦੇ ਜੋ ਬਚਨ ਕੀਤਾ ਹੈ, ਰੋਮਾਂ ਦੀ ਬੇਦਬੀ ਦੇ ਕਰਨ ਵਾਲੇ ਨੂੰ ਮੇਰੀ ਪਿੱਠ ਹੈ। ਗਿਆਨ ਨਾ ਹੋਣ ਕਰਕੇ ਜਵਾਨੀ ਨੂੰ ਪਹਿਲ ਦੇ ਰਹੇ ਹਾਂ, ਚਿਹਰਾ ਸੁੰਦਰ ਲੱਗੇ ਪਹਿਲ ਦੇ ਰਹੇ ਹਾਂ, ਭਾਵੇਂ ਮਾਲਕ ਦੀ ਪਿੱਠ ਹੋ ਜਾਵੇ। ਆਖੋ ਸਤਨਾਮ। ਗਿਆਨ ਦੀ ਲੋੜ ਹੈ, ਸਾਧ ਸੰਗਤ ਗਿਆਨ ਦੀ ਲੋੜ ਹੈ। ਜਦੋਂ ਗਿਆਨ ਹੋ ਗਿਆ ਕੁਕਰਮ ਹਟ ਜਾਏਗਾ। ਗਿਆਨ ਕਿੱਥੋਂ ਮਿਲਦਾ ਹੈ? ਕੁਝ ਮੈਂ ਆਪ ਜੀ ਨਾਲ ਪੁਰਾਣਾ ਇਤਿਹਾਸ ਜੋ ਗੁਰੂ ਘਰ ਨਾਲ ਅਜੇ ਸੰਬੰਧਿਤ ਨਹੀਂ, ਪਰ ਪੁਰਾਣੇ ਇਤਿਹਾਸ 'ਚ ਕੇਸ ਰੱਖਦੇ ਸੀ। ਤੇ ਹੁਣ ਗਿਆਨ ਦਾ ਸੋਮਾ ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਵੋ, ਬਈ ਗਰੀਬ ਨਵਾਜ਼ ਤੁਹਾਡੀ ਕੀ ਵਿਚਾਰ ਹੈ? ਜਵਾਨੀ ਨੂੰ ਪਹਿਲ ਦੇਵਾਂ ਕਿ ਗੁਰੂ ਨੂੰ? ਆਖੋ ਸਤਨਾਮ। ਮੈਂ ਇੰਨੀ ਬੇਨਤੀ ਕਰਦੇ ਹਾਂ ਕਿ ਬਾਬਾ ਨੰਦ ਸਿੰਘ ਜੀ ਦਾ ਇੱਕ ਬਚਨ ਜਰਾ ਧਿਆਨ 'ਚ ਰੱਖਣਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਸਾਰੀ ਬਾਣੀ ਹੈ ਜਿਹਦੇ 'ਚ ਦਰਸ਼ਨਾਂ ਦੀ ਬੇਨਤੀ ਹੈ, ਬਹੁਤ ਸਾਰੀ ਬਾਣੀ ਹੈ ਜਿਹਦੇ 'ਚ ਔਗਣ ਬਖਸ਼ਾਣ ਦੀ ਬੇਨਤੀ ਹੈ, ਤੇ ਬਹੁਤ ਸਾਰੀ ਬਾਣੀ ਹੈ ਜਿਹਦੇ ਵਿੱਚ ਦਰਗਾਹ ਦੇ ਕਾਨੂੰਨ ਲਿਖੇ ਨੇ। ਜੇ ਲਿਖਿਆ ਨਾ ਦਰਸ ਤੇਰੇ ਕੀ ਪਿਆਸ ਮਨ ਲਾਗੀ, ਇਹ ਕਾਨੂੰਨ ਨਹੀਂ, ਇਹ ਦਰਸ਼ਨਾਂ ਦੀ ਬਾਣੀ ਹੈ, ਬੇਨਤੀਆਂ ਦੀ। ਤੇ ਜੇ ਕਿਤੇ ਲਿਖਿਆ ਨਾ ਹਮ ਮੈਲੇ ਤੋਂ ਮੂਜਲ ਕਰਤੇ, ਦਰਸ਼ਨਾਂ ਦੀ ਗੱਲ ਨਹੀਂ, ਕਾਨੂੰਨ ਦੀ ਗੱਲ ਨਹੀਂ, ਔਗਣ ਬਖਸ਼ਾਣ ਦੀ ਗੱਲ ਹੈ। ਪਿਆਰ ਨਾਲ ਆਖੋ ਸਤਨਾਮ। ਤੇ ਕਈ ਜਗ੍ਹਾ ਕਾਨੂੰਨ ਨੇ। ਇਹ ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸੀ ਕਿ ਨਿੰਦਿਆ ਦਾ ਕੀ ਕਾਨੂੰਨ ਹੈ, ਚੋਰੀ ਦਾ ਕੀ ਕਾਨੂੰਨ ਹੈ, ਦਰਗਾਹ 'ਚ ਕਿਹੜੀ ਕਿਹੜੀ ਸਜ਼ਾ ਮਿਲਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਬਹੁਤ ਸਾਰੀ ਬਾਣੀ 'ਚ ਕਾਨੂੰਨ ਲਿਖੇ ਨੇ। ਬਈ ਜੇ ਖੀਰਲੇ ਵੇਲੇ ਮਾਇਆ ਵੱਲ ਧਿਆਨ ਚੱਲ ਜੇ ਤੇ ਕਾਨੂੰਨ ਲਿਖਿਆ, ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੋਨ ਵੱਲ ਵੱਲ ਉਤਰੇ। ਜੇ ਖੀਰਲੇ ਵੇਲੇ ਧਿਆਨ ਬੱਚਿਆਂ 'ਚ ਚੱਲ ਜੇ, ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸ਼ੁਕਰ ਜੋਨ ਫਲ ਵੱਲ ਉਤਰੇ, ਸੂਰ ਦੀ ਜੋਨ ਮਿਲਦੀ ਹੈ। ਜੇ ਖੀਰ ਵੇਲੇ ਧਿਆਨ ਆਪਣੇ ਮਕਾਨਾਂ 'ਚ ਚਲਾ ਜਾਏ, ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਨ ਵੱਲ ਵੱਲ ਉਤਰੇ। ਕਾਨੂੰਨ ਨੇ, ਨਾ ਦਰਸ਼ਨ ਤੇ ਨਾ ਔਗਣ ਬਖਸ਼ਾਣ ਦੀ ਗੱਲ ਹੈ, ਕਾਨੂੰਨ ਲਿਖੇ ਨੇ। ਕਿਤੇ ਨਿੰਦਿਆ ਦਾ ਕਾਨੂੰਨ ਲਿਖਿਆ ਵੀ ਨਿੰਦਿਆ ਕਰੋ ਤੇ ਸਜ਼ਾ ਕੀ ਹੈ, ਚੋਰੀ ਕਰੋ ਸਜ਼ਾ ਕੀ, ਝੂਠ ਬੋਲੋ ਸਜ਼ਾ ਕੀ। ਤੇ ਮੈਂ ਆਪ ਜੀ ਨਾਲ ਜਿਹੜੀ ਅੱਜ ਗੱਲ ਸਾਂਝੀ ਕਰ ਰਿਹਾ, ਜਿਹੜੀਆਂ ਬੀਬੀਆਂ ਆਈਬਰੋ ਬਣਾਉਂਦੀਆਂ ਨੇ ਹੈਂ ਜੀ, ਜਿਹੜੇ ਆ ਭਾਈ ਗੁਰੂ ਕੇ ਸਿੱਖ ਕਹਾਉਂਦੇ ਨੇ ਤੇ ਦਾੜੀ ਕੱਟਦੇ ਨੇ, ਰੋਮਾਂ ਦੀ ਬੇਦਬੀ ਕਰਦੇ ਨੇ ਫੈਸ਼ਨ ਦੇ ਲਈ ਸੋਹਣੇ ਲੱਗੀਏ। ਉਹ ਰੋਮਾਂ ਦੀ ਬੇਦਬੀ, ਉਹ ਫੈਸ਼ਨ ਜਿਹੜਾ ਗੁਰਮਤਿ ਅਨੁਸਾਰ ਨਹੀਂ, ਅਗਰ ਕੋਈ ਕਰਦਾ ਤੇ ਉਹਦਾ ਕੀ ਕਾਨੂੰਨ ਲਿਖਿਆ? ਇੱਕ ਵਾਰੀ ਆਖੋ ਸਤਨਾਮ। ਉਹਦਾ ਵੀ ਕਾਨੂੰਨ ਹੈ। ਉਹ ਫਿਰ ਕਿੱਥੇ ਲਿਖਿਆ ਮੇਰੇ ਬਾਬਾ ਜੀ ਨੇ? ਭਾਦੋਂ ਦੇ ਮਹੀਨੇ, ਇਹ ਜਿਹੜਾ ਸੰਗਰਾਂਦ ਨੂੰ ਹੁਕਮਨਾਮਾ ਭਾਦੋਂ ਦੇ ਮਹੀਨੇ ਵਿੱਚ ਲਿਆ ਜਾਂਦਾ ਨਾ, ਉਹਦੇ ਵਿੱਚ ਇਹੋ ਜਿਹੇ ਸ਼ਿੰਗਾਰ ਜਿਹੜੇ ਤੇਰੇ ਪਿਓ ਨੂੰ ਨਹੀਂ ਭਾਉਂਦੇ ਪਰ ਤੂੰ ਕਰਦਾ, ਤੇ ਉਹਦਾ ਵੀ ਕਾਨੂੰਨ ਹੈ। ਉਹ ਪੜ੍ਹਿਓ ਜਰਾ, ਕਿਉਂ ਸਾਨੂੰ ਜਦੋਂ ਗਿਆਨ ਹੋ ਗਿਆ ਅਸੀਂ ਆਪਣੇ ਆਪ ਉਹਦੇ ਤੋਂ ਹਟ ਜਾਵਾਂਗੇ। ਗਿਆਨ ਦੀ ਲੋੜ ਹੈ। ਪਿੱਛੇ ਜੇ ਇੱਕ ਐਸੀ ਕੀਰਤਨ ਰਾਹੀਂ ਟੇਪ ਨਿਕਲੀ ਹੈ, ਪੀਵੋ ਪੌਲ ਖੰਡ ਧਾਰ, ਜਿਹਦੇ ਵਿੱਚ ਅੰਮ੍ਰਿਤ ਛਕਣ ਬਾਰੇ ਬਚਨ ਸੀ। ਕਈ ਸਰੀਰਾਂ ਨੂੰ ਇਤਨੀ ਚੰਗੀ ਲੱਗੀ ਕਿ ਉਹਨਾਂ ਨੇ ਫਰੀ ਵੰਡੀਆਂ ਨੇ ਪ੍ਰਚਾਰ ਦੀ ਖਾਤਰ। ਐਸਾ ਵੀ ਸਮਾਂ ਆ ਸਕਦਾ ਕਿ ਤੁਹਾਡੀ ਕੇਸ ਕੱਟਣ ਤੋਂ ਐਸੀ ਬਿਰਤੀ ਉਖੜੇ ਕਿ ਕੋਈ ਕੇਸ ਕੱਟਣ ਵਾਲੇ ਕੀਰਤਨ ਦੀਆਂ, ਕੋਈ ਵੀ ਹੋਰ ਕਿਸੇ ਦੀਆਂ ਵੀ ਟੇਪਾਂ ਹੋਰ ਵੰਡਣ ਲੱਗ ਪਓ ਕਿ ਭਾਈ ਤੂੰ ਵੀ ਇਸ ਗੱਲ ਤੋਂ ਬਚ ਜਾ,
ਮੈਨੂੰ ਵੀ ਗਿਆਨ ਹੋ ਗਿਆ, ਤੈਨੂੰ ਵੀ ਹੋ ਜਾਵੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾ ਹਾ ਹਾ। ਬਾਬੇ ਨੰਦ ਸਿੰਘ ਦੇ ਬਚਨ ਨੇ ਨਾ ਕਿ ਕਿਸੇ ਸ਼ਰਾਬੀ ਨੂੰ 50 ਰੁਪਏ ਦੇ ਦਿਓ ਤੇ ਇੰਨਾ ਮਹੱਤਮ ਨਹੀਂ। ਜੇ ਕਿਤੇ ਗੁਟਕੇ ਮਾਲਾ ਵੰਡ ਦਿਓ ਤੇ ਆਹਾ ਹਾ, ਟੇਪਾਂ ਵੰਡ ਦਿਓ ਗੁਰਬਾਣੀ ਦੀਆਂ, ਕੋਈ ਜੁੜ ਜਾਵੇ। ਆਖੋ ਸਤਨਾਮ ਮਹਾਤਮ ਜ਼ਿਆਦਾ। ਮੈਂ ਤਾਂ ਇਸ਼ਾਰਾ ਕੀਤਾ। ਤੋ ਦਾਸ ਬੇਨਤੀ ਕਰ ਰਿਹਾ ਸੀ ਕਿ ਤੁਹਾਡੇ ਚੋਂ ਕੋਈ ਸਰੀਰ ਦਾੜੀ ਕੱਢਦਾ ਉਹ ਕਾਨੂੰਨ ਸੁਣ ਲੈ। ਭਾਦੋਂ ਦੇ ਮਹੀਨੇ 'ਚ ਕਾਨੂੰਨ ਲਿਖਿਆ, ਸਾਨੂੰ ਗਿਆਨ ਹੋ ਜਾਏਗਾ, ਛੱਡ ਜਾਾਂਗੇ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਭਾਦੋਂ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਭਾਦੋਂ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਈ ਕੇਤ। ਜਿਤ ਦਿਨ ਦੇ ਬਿਨਸੀ ਤਿਸ ਵੇਲੇ ਕੈਸਨ ਪ੍ਰੇਤ। ਗੱਜ ਕੇ ਆਖੋ ਸਤਨਾਮ। ਕੰਘੀ ਕਰਨਾ ਸ਼ਿੰਗਾਰ ਜ਼ਰੂਰੀ ਹੈ, ਨਹਾਉਣਾ ਧੋਣਾ ਸ਼ਿੰਗਾਰ ਜ਼ਰੂਰੀ ਹੈ, ਲੇਕਿਨ ਉਹ ਸ਼ਿੰਗਾਰ ਲੱਖਾਂ ਬਣਾ ਦਿੱਤੇ ਕਿ ਜਿਹੜੇ ਤੇਰੇ ਪਿਤਾ ਨੂੰ ਨਹੀਂ ਭਾਉਂਦੇ। ਜੇ ਉਹ ਬਣਾਏ ਨੇ ਤੇ ਕਾਨੂੰਨ ਕੀ ਹੈ ਜੀ? ਲੱਖ ਸ਼ਿੰਗਾਰ ਬਣਾਇਆ ਕਾਰਜ ਨਾਈ ਕੇਤ। ਜਿਤ ਦਿਨ ਦੇ ਬਿਨਸੀ। ਆ ਬੀਬੀਓ ਸੁਣ ਲਿਓ, ਜੇ ਤੁਸੀਂ ਆਈਬਰੋ ਬਣਾਏ ਨੇ ਤੇ ਉਹ ਆਈਬਰੋ ਬਣਾਏ ਦੌਰਾਨ ਹੀ ਮੰਨ ਲਓ ਵੀ 5 ਪਿਆਰਿਆਂ ਕੇ ਪੇਸ਼ ਹੋ ਕੇ ਭੁੱਲ ਨਹੀਂ ਬਖਸ਼ਾਈ ਵੀ ਅੱਗੋਂ ਨਹੀਂ ਕਰਾਂਗੇ। ਹਰ ਕੀਰਤਨੀਏ ਦੀ, ਗਿਆਨੀ ਦੀ, ਕਿਸੇ ਦੀ ਗੱਲ ਨੂੰ ਹੌਲਾ ਗਿਣਦੇ ਹੋ ਵੀ ਮੈਂ ਠੀਕ ਕਰ ਰਿਹਾ, ਮੈਂ ਠੀਕ ਕਰ ਰਹੀ ਹਾਂ। ਆਈਬਰੋ ਬਣਾਏ ਨੇ ਤੇ ਰੱਬ ਕਿਤੇ ਐਸਾ ਸਮਾਂ ਆ ਗਿਆ ਕਿ ਤੁਹਾਡੇ ਅਖੀਰਲਾ ਟਾਈਮ ਆ ਗਿਆ, ਪੂਰਾ ਹੋ ਗਿਆ। ਪਰ ਆਈਬਰੋ ਬਣਾਏ ਹੋਏ ਨੇ ਤੇ ਤੁਹਾਨੂੰ ਕਿਹੜਾ ਜਨਮ ਮਿਲੇਗਾ? ਪ੍ਰੇਤ ਦਾ ਜਨਮ। ਆਖੋ ਸਤਨਾਮ। ਕਾਨੂੰਨ ਏ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਈ ਕੇਤ। ਜਿਤ ਦਿਨ ਦੇ ਬਿਨਸੀ ਤੇ ਤਿਸ ਵੇਲੇ ਕੈਸਨ ਪ੍ਰੇਤ। ਪਿਆਰ ਨਾਲ ਆਖੋ ਸਤਨਾਮ। ਕੀ ਕਹਿਣਗੇ? ਇਹਨੂੰ ਪ੍ਰੇਤ ਦੀ ਜੂਨ 'ਚ ਲੈ ਜਾਓ, ਇਹਨੇ ਉਹ ਸ਼ਿੰਗਾਰ ਬਣਾਇਆ ਜੋ ਇਹਦੇ ਪਿਓ ਨੂੰ ਨਹੀਂ ਸੀ ਭਾਉਂਦਾ। ਆਖੋ ਸਤਨਾਮ। ਕਹਿਣ ਤੋਂ ਭਾਵ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਉਹ ਸ਼ਿੰਗਾਰਾਂ ਨੂੰ ਪ੍ਰੇਤ ਦੀ ਜੂਨ ਦਾ ਕਾਨੂੰਨ ਲਿਖਿਆ ਜਿਹੜੇ ਤੇਰੇ ਪਿਤਾ ਨੂੰ ਨਹੀਂ ਭਾਉਂਦੇ। ਅੱਜ ਲੋੜ ਹੈ ਸਾਧ ਸੰਗਤ ਪ੍ਰਚਾਰ ਦੀ। ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲਓ ਤੇ ਉਹ ਵੀ ਰੋਕਦੇ ਨੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਇਤਿਹਾਸ ਦੀ ਗਵਾਹੀ ਲਓ ਤੇ ਉਹ ਵੀ ਰੋਕ ਰਿਹਾ। ਹੁਣ ਜੇ ਮੈਂ ਆ ਜਾਵਾਂ ਵਿਗਿਆਨ ਦੇ ਪੱਖ ਤੋਂ, ਨੋਟ ਕਰਿਓ, ਵਿਗਿਆਨ ਦੇ ਪੱਖ ਤੋਂ, ਵਿਗਿਆਨ ਵੀ ਕਹਿੰਦਾ ਕਿ ਕੇਸਾਂ ਦਾ ਬਹੁਤ ਲਾਭ ਹੈ। ਇਹ ਵਿਗਿਆਨ ਦੀ ਮੈਂ ਗੱਲ ਕਰਨ ਲੱਗਾ, ਵਿਗਿਆਨ ਦੀ, ਸਾਇੰਸ ਦੀ। 18ਵੀਂ ਸਦੀ ਵਿੱਚ ਯੂਰਪ ਦੇ ਡਾਕਟਰਾਂ ਨੇ ਖੋਜ ਕੀਤੀ ਹੈ, ਕਿਉਂਕਿ ਯੂਰਪ ਵਿੱਚ ਕੇਸ ਰੱਖਦੇ ਸੀ ਤੇ ਉਹ ਜਿਹੜੇ ਕਾਰੀਗਰ ਮਸ਼ੀਨਾਂ ਦੇ ਕੰਮ ਕਰਦੇ ਸੀ ਤੇ ਹਾਦਸੇ ਹੋਣ ਲੱਗ ਪਏ ਕੇਸਾਂ ਕਰਕੇ। ਇਸ ਕਰਕੇ ਇਹਦੀ ਜੇ ਸੰਭਾਲ, ਜਿਵੇਂ ਦੱਸਿਆ, ਦਾੜੀ ਗੁੰਦ ਕੇ ਕੰਗੇ ਨਾਲ, ਐਸਾ ਵੀ ਸਮਾਂ ਸੀ 1000 ਸਾਲ ਪਹਿਲੇ ਕਿ ਜੂੜਾ ਗਰਦਨ ਦੇ ਪਿੱਛੇ ਕਰਕੇ ਸੰਭਾਲਣਾ ਕੇਸਾਂ ਨੂੰ। ਯੂਰਪ ਦੇ ਵਿੱਚ ਜਦੋਂ ਇਹੋ ਜਿਹੇ ਕੋਈ ਕੇਸ ਹੋਏ ਤੇ ਲੋਕਾਂ ਨੇ ਕੇਸ ਕੱਟਣੇ ਸ਼ੁਰੂ ਕਰਤੇ। ਹੌਲੀ ਹੌਲੀ ਯੂਰਪ ਦੇ ਵਿੱਚ ਸਾਧ ਸੰਗਤ ਕੇਸਾਂ ਦੀ ਗੱਲ ਖਤਮ ਹੋ ਗਈ ਤੇ ਉਥੋਂ ਦੇ ਡਾਕਟਰਾਂ ਨੇ ਖੋਜ ਕੀਤੀ ਤੇ ਖੋਜ ਕਰਕੇ ਉਹ 18ਵੀਂ ਸਦੀ ਵਿੱਚ ਡਾਕਟਰਾਂ ਦਾ ਨਿਚੋੜ ਹੈ ਯੂਰਪ ਦੇ ਕਿ ਕੇਸ ਜਿਹੜੇ ਨੇ ਉਹ ਸਰੀਰ ਵਿੱਚ ਵਿਟਾਮਿਨ ਡੀ ਪੈਦਾ ਕਰਦੇ ਆ। ਆਖੋ ਸਤਨਾਮ। ਔਰ ਉਹਨਾਂ ਨੇ ਵੇਰਵਾ ਦਿੱਤਾ ਕਿ ਕੇਸ ਵਿਟਾਮਿਨ ਡੀ ਲੈਂਦੇ ਕਿੱਥੋਂ ਨੇ? ਜਿਹੜਾ ਕੇਸਾਂ 'ਚ ਤੇਲ ਲਾਉਂਦੇ ਆ ਨਾ, ਤੇ ਅਸੀਂ ਜਦੋਂ ਦਿਨੇ ਫਿਰਦੇ ਆ, ਇਹ ਸੂਰਜ ਤੋਂ ਕੇਸ ਤੇਲਾਂ ਰਾਹੀਂ ਵਿਟਾਮਿਨ ਡੀ ਲੈ ਕੇ ਸਾਡੇ ਸਰੀਰ ਅੰਦਰ ਭੇਜਦੇ। ਇਹ ਵਿਗਿਆਨ ਕਹਿੰਦਾ, ਸਾਇੰਸ। ਵਿਗਿਆਨ ਦੇ ਪੱਖ ਤੋਂ ਵੀ ਕੇਸਾਂ ਦੀ ਮਹਾਨਤਾ ਹੈ। ਤੇ ਇਹ ਨਿਚੋੜ ਕੱਢਿਆ ਕਿ ਜੇ ਕੋਈ ਕੇਸਾਂ ਨੂੰ ਵਲੇਟ ਕੇ ਸਿਰ ਤੇ ਜੂੜਾ ਕਰਦਾ, ਉਹ ਜਿਹੜਾ ਸਿਰ ਦਾ ਜੂੜਾ ਹੈ ਉਹ ਸਭ ਤੋਂ ਵੱਧ ਵਿਟਾਮਿਨ ਡੀ ਲੈਣ ਵਿੱਚ ਸਹਾਈ ਹੁੰਦਾ। ਆਖੋ ਸਤਨਾਮ। ਤੇ ਇਹਨਾਂ ਵਿਗਿਆਨੀਆਂ ਨੇ ਨਾ ਇੱਕ ਹੋਰ ਨਿਚੋੜ ਕੱਢਿਆ। ਮੈਂ ਸਾਰਾ ਕੁਝ ਤਾਂ ਨਹੀਂ ਸਾਂਝਾ ਕਰ ਸਕਦਾ। ਇੱਕ ਵਿਗਿਆਨ ਦਾ ਪੱਖ ਲੈ ਰਿਹਾ ਦਾਸ ਕਿ ਪ੍ਰੋਟੀਨ ਕੇਸ ਨੇ ਨਾ ਜੀ ਜਿਹੜੇ, ਇਹਨਾਂ ਨਾਲ ਪ੍ਰੋਟੀਨ
ਅੰਦਰ ਜਿਹੜੀ ਨਾ ਉਹ ਸਾਡੀ ਖਰਚ ਹੁੰਦੀ ਹੈ। ਕੇਸਾਂ ਦਾ ਇੱਕ ਕਾਨੂੰਨ ਹੈ, ਇੱਕ ਰੱਬ ਵੱਲੋਂ ਹਿਸਾਬ ਹੈ ਕਿ ਇਹ ਜਦੋਂ ਵੱਧਦੇ ਆ ਨਾ ਜੀ, ਇੱਕ ਟਾਈਮ ਆਉਂਦਾ ਹੈ ਕਿ ਇਹ ਕੁਝ ਲੰਬੇ ਹੋਣ ਤੋਂ ਬਾਅਦ ਵਧਣੇ ਬੰਦ ਹੋ ਜਾਂਦੇ ਨੇ। ਨੋਟ ਕਰਿਓ, ਜਦੋਂ ਕੇਸ ਵਧਣੇ ਬੰਦ ਹੋ ਗਏ ਤੇ ਅੰਦਰ ਸਾਡੇ ਨਾਲ ਸਿਰਫ 0.5% ਪ੍ਰੋਟੀਨ ਖਰਚ ਹੁੰਦੀ ਹੈ, ਸ਼ਕਤੀ ਹੁਣ ਨਹੀਂ ਲੱਗ ਰਹੀ। ਤੇ ਜਿਹੜੇ ਕੇਸ ਕੱਟਦੇ ਨੇ ਤੇ ਸਾਡੇ ਸਰੀਰ ਦੀ ਕਿੰਨੇ % ਪ੍ਰੋਟੀਨ ਉਹਨਾਂ ਨਵਿਆਂ ਨੂੰ ਉਗਾਉਣ 'ਚ ਲੱਗੀ ਰਹਿੰਦੀ ਹੈ, ਅਸੀਂ ਕੱਟਣ 'ਚ ਲੱਗੇ ਰਹਿੰਦੇ, ਉਹ ਵਧਾਉਣ 'ਚ ਲੱਗੀ ਰਹਿੰਦੀ ਹੈ। ਉਹ ਊਰਜਾ ਫਾਲਤੂ ਖਰਚ ਹੋ ਰਹੀ ਹੈ। ਇੱਕ ਵਾਰੀ ਪਿਆਰ ਨਾਲ ਆਖੋ ਸਤਿਨਾਮ। ਵਿਗਿਆਨ ਦੇ ਪੱਖ ਤੋਂ ਵੀ ਕੇਸਾਂ ਦੀ ਬੜੀ ਵੱਡੀ ਮਹਾਨਤਾ ਹੈ। ਇਹ ਵਿਟਾਮਿਨ ਡੀ ਪੈਦਾ ਕਰਦੇ ਨੇ ਤੇ ਅੰਦਰਲੀ ਪ੍ਰੋਟੀਨ ਨੂੰ ਫਾਲਤੂ ਨਹੀਂ ਖਰਚ ਹੋਣ ਦਿੰਦੇ। ਜੇ ਕੋਈ ਕੇਸ ਰੱਖਦਾ, ਨਾਲ ਨਾਲ ਕੀਰਤਨ ਦਾ ਰਸ ਲਓ, ਫਿਰ ਕੁਝ ਵਿਚਾਰਾਂ ਹੋਰ। ਅੱਜ ਮਨਾਂ 'ਚ ਪ੍ਰਣ ਕਰਕੇ ਜਾਣਾ ਹੈ ਆਪ ਜੀ ਨੇ ਜੀ। ਜੋ ਬੰਦਾਂ ਦੇ ਨਾ ਡਰਾਂ, ਇਹ ਪ੍ਰੀਤ ਨਾ ਜਾਏ। करवत भला ना करवट तेरी, प्यार वाले की गल। करवत भला ना करवट तेरी, करवत पता भला ना करवट तेरी। ये प्यार वाले की गल है कि गरीब नवाज ये तन चीरिया जावे वो मंजूर है, ना करवट तेरा पासा पिठ हो जे वो नहीं मंजूर। आखो सतनाम। तां ही भाई तारू सिंह वो कहते खोपड़ी लाउणी, कहन लगे केसां समेत केस नहीं कट्टन दिते। करवट भला तन चीर दिओ, खोपड़ी ला दिओ भला, ना करवट तेरी केस नहीं कट्टने, कलगीधर पातशाह दी पिठ हो जाएगी। आज इतिहास सामने लियाओ ताकि साडा पापी मन निर्मल हो सके, गुरु के दायरे च आ सके। आज लोड़ है, आज इस चीज़ की लोड़ है गुरमुखो, तां कही जा रही है। तुसी किथे खड़े हो कि नाइयां दी दुकान ते शौंकीया कटांदे हो, हैं जी? ओ वेखो ओ रूहां आ एक गुरमुख प्यारे का जिक्र है कि डॉक्टर ने किसी को चैक किया, अमृतसर के ने भाई अवतार सिंह, मां सिंह गेट को निवास है। डॉक्टर चैक किया, घरदियां नूं फिक्र जो भी सी, डॉक्टर कहता जी इन्हों दिमागी टेंशन है, ये तां ठीक हो सकती जे केस कट दो। आखो सतनाम। दिमागी टेंशन है तां ठीक हो सकती, केस कट दो। वो अवतार सिंह अगों हथ जोड़ के की कहता, कहता डॉक्टर साहब एक पाठ मैं सुखमनी साहब का करदा, गज के आखो सतनाम। एक पाठ सुखमनी साहब का मैं होर नितनेम वधा लांगा दिमागी टेंशन लई, पर केस नहीं कट्टने तुहाडे कहण ते, अपने मालक की पिठ नहीं करानी। गज के आखो सतनाम। आ भी प्यार वाले ने कि कोई प्रॉब्लम होंदियां भी सरीरक केस नहीं कटते, तो वह भी ने जिहड़े शौकीया कट रहे। कितना बड़ा अंतर है। आ मैनू बचन याद आता है, निमक मंडी कोल संतोख सिंह जी ने उन्होंने मैनू बचन सुनाया कि बचपन च मेरे सिर च फोड़े हो गए। कई शौकीया कटते, कई वेखो इन्ना मालक नाल प्यार है, कहते फोड़े हो गए। पिता जी डॉक्टर को लै गए जी, फोड़े ने, तो डॉक्टर ने ना 2 फुट दूरों ही माड़ा चैक करके कहने लगा ये केस पहले कट के लियाओ, मैं तां इलाज करना। वो कहने लगे मेरे पिता जी ने कहा भी असी गुरु के सिख हाँ, केस नहीं कटते, तुसी जो दवाई लानी लाओ, केस नहीं कटने। वो कहने लगा मेरे नाल गल ही ना करो, केस कट के लियाओ, मैं तां दवाई लानी। नोट करियो।
ਆਪਰੇਸ਼ਨ ਹੋਵੇ, ਕੋਈ ਬੜੀ ਵੱਡੀ ਮਜਬੂਰੀ ਹੋਵੇ ਤੇ ਕੇਸ ਮਜਬੂਰਨ ਉਹ ਕੱਟੇ ਜਾਣ ਤੇ ਫਿਰ ਪੰਜਾਂ ਪਿਆਰਿਆਂ ਕੋਲ ਸਿੱਖ ਰਾਜੀ ਹੋ ਕੇ ਮਾਫੀ ਮੰਗ ਲੈਂਦਾ ਹੈ। ਤੇ ਇੱਕ ਯਤਨ ਪੂਰਾ ਹੋਵੇ ਕਿ ਜੇ ਰੁਕ ਸਕਦੀ ਤੇ ਰੁਕੇ, ਇਹ ਦਾਇਰਾ ਪੂਰਾ ਕਿਉਂਕਿ ਦੱਸਣਾ ਚਾਹੀਦਾ। ਉਹ ਸੰਤੋਖ ਸਿੰਘ ਜੀ ਨੇ ਨਿਮਕ ਮੰਡੀ ਤੇ ਕਹਿੰਦੇ ਮੇਰੇ ਪਿਤਾ ਜੀ ਕਹਿਣ ਲੱਗੇ ਵੀ ਤੁਸੀਂ ਦਵਾਈ ਲਾਓ, ਆਪਾਂ 2-4 ਦਿਨ ਦੇਖਦੇ ਹਾਂ ਵੀ ਨਾ ਕੱਟਣੇ ਪੈਣ। ਡਾਕਟਰ ਕਹਿੰਦਾ ਮੇਰੇ ਨਾਲ ਗੱਲ ਹੀ ਨਾ ਕਰੋ, ਇਹਨਾਂ ਨੂੰ ਲੈ ਜਾਓ। ਦੇਖੋ 4 ਵਾਰੀ ਡਾਕਟਰ ਨੂੰ ਕਿਹਾ, 4ਵੇਂ ਵਾਰੀ ਉਹਨਾਂ ਕਿਹਾ ਵੀ ਮੈਂ ਨਹੀਂ ਇਹਨੂੰ ਹੱਥ ਪਾਉਣਾ। ਕਹਿੰਦੇ ਮੇਰੇ ਪਿਤਾ ਜੀ ਦੇ ਮਨ 'ਚ ਵਿਰਾਗ ਆ ਗਿਆ। ਸੰਤੋਖ ਸਿੰਘ ਜੀ ਨੇ ਬਚਨ ਸੁਣਾਇਆ, ਕਹਿੰਦੇ ਮੇਰੀ ਬਾਂਹ ਫੜੀ ਤੇ ਕਹਿਣ ਲੱਗੇ ਚੱਲ ਆ ਵੱਡੇ ਡਾਕਟਰ ਕੋ ਜਾਂਦੇ ਆ। ਇੱਕ ਵਾਰੀ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਬਾਜ਼ਾਰ ਲੰਘਿਆ, 2 ਲੰਘੇ ਤੇ ਮੈਂ ਪਿਤਾ ਜੀ ਨੂੰ ਪੁੱਛਿਆ ਜੀ ਕਿਹੜਾ ਵੱਡਾ ਡਾਕਟਰ ਏ, ਉਹਦੀ ਹੱਟੀ ਨਹੀਂ ਆ ਰਹੀ। ਕਹਿਣ ਲੱਗੇ ਆ ਜਾਏਗੀ ਹੱਟੀ ਉਹਦੀ। ਤੁਰਿਆ ਮੇਰੇ ਨਾਲ, ਹੋਰ 2 ਬਾਜ਼ਾਰ ਲੰਘੇ ਤੇ ਕਹਿੰਦੇ ਮੈਂ ਪਿਤਾ ਜੀ ਨੂੰ ਪੁੱਛਿਆ ਜੀ ਉਹ ਡਾਕਟਰ ਦਾ ਨਾਂ ਕੀ ਹੈ, ਤੇ ਕਹਿਣ ਲੱਗੇ ਉਹ ਡਾਕਟਰ ਦਾ ਨਾਂ ਹੈ ਧੰਨ ਗੁਰੂ ਰਾਮਦਾਸ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਡਾਕਟਰ ਦਾ ਨਾਂ ਕੀ? ਧੰਨ ਗੁਰੂ ਰਾਮਦਾਸ। ਲੈ ਕਿੱਥੇ ਗਏ ਜੀ? ਦੁਖ ਭੰਜਨੀ ਬੇਰੀ। ਇੱਕ ਪਾਠ ਸੁਮਨੀ ਸਾਹਿਬ ਦਾ ਕੀਤਾ ਤੇ ਕਹਿੰਦੇ ਮੈਨੂੰ ਕੇਸਾਂ ਸਣੇ ਇਸ਼ਨਾਨ ਕਰਾਤਾ ਤੇ ਅਰਦਾਸ ਕਰਤੀ ਗੁਰੂ ਰਾਮਦਾਸ 13 ਇਸ਼ਨਾਨ ਇਸ ਬੱਚੇ ਨੂੰ ਕਰਾਵਾਂਗੇ। ਆ ਸਿਰ 'ਚ ਫੋੜੇ ਨੇ, ਤੂੰ ਵੱਡਾ ਡਾਕਟਰ ਹੈ, ਹੁਣ ਤੂੰ ਕਿਰਪਾ ਕਰ ਦੇ। ਨੋਟ ਕਰਿਓ ਸਹੀ ਮੈਨੇ 'ਚ ਸਿਰ 'ਚ ਫੋੜੇ ਹੋਣ ਤੇ ਕੇਸਾਂ ਸਣੇ ਇਸ਼ਨਾਨ ਕਰਾ ਦਈਏ ਹੋਰ ਵੱਧ ਜਾਂਦੇ ਆ, ਗਲ ਜਾਂਦਾ ਹੋਰ ਸਿਰ ਜ਼ਿਆਦਾ। ਪਰ ਉਹਦੀ ਕੁਦਰਤ ਦੇ ਅੱਗੇ ਤੇ ਕੋਈ ਜ਼ੋਰ ਨਹੀਂ ਨਾ, ਜੇ ਵੱਡਾ ਡਾਕਟਰ ਆ ਜੇ। ਉਹਨਾਂ ਬਚਨ ਸੁਣਾਇਆ, ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਨੇ। 5ਵਾਂ ਇਸ਼ਨਾਨ ਸੀ ਤੇ ਸਿਰ ਦੇ ਫੋੜੇ ਇੰਜ ਖੁਸ਼ਕ ਹੋ ਗਏ ਕਿ ਟੋਟਲ ਸਿਰ ਰਾਜੀ ਹੋ ਗਿਆ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਸੁਖਮਨੀ ਸਾਹਿਬ ਪਾਠ ਕਰ ਰਹੇ ਸੀ ਇੱਕ ਇਸ਼ਨਾਨ, ਜਿਹਦੇ ਸਦਕੇ ਕਹਿਣ ਲੱਗੇ 5ਵੇਂ ਦਿਨ ਫੋੜੇ ਖੁਸ਼ਕ ਹੋਣੇ ਸ਼ੁਰੂ ਹੋ ਗਏ। 13ਵੇਂ ਦਿਨ ਤੇ ਬਿਲਕੁਲ ਨਵਾਂ ਨਰੋਵਾ ਸਿਰ। ਜਦੋਂ ਉਸੇ ਡਾਕਟਰ ਕੋਲ ਲੈ ਕੇ ਗਏ ਕਿ ਜਿਹੜਾ ਕਹਿੰਦਾ ਸੀ ਕੱਟ ਦਿਓ, ਤੇ ਉਹ ਹੈਰਾਨ ਕਿ ਇਹ ਕਿਵੇਂ। ਹੁਣ ਸਿਰਫ ਮੈਂ ਜਿਹੜੀ ਗੱਲ ਆਪ ਜੀ ਨਾਲ ਸਾਂਝੀ ਕਰਨੀ ਚਾਹ ਰਿਹਾ ਕਿ ਕਈ ਮਜਬੂਰੀ ਵੇਲੇ ਵੀ ਬਚਾ ਰੱਖਦੇ ਨੇ, ਨਾ ਕੱਟਣੇ ਪੈਣ, ਕਈ ਸ਼ੌਂਕੀਆਂ ਕੱਟਦੇ ਨੇ। ਗੱਜ ਕੇ ਆਖੋ ਸਤਨਾਮ। ਇਹਨਾਂ ਪਿਆਰਿਆਂ ਦਾ ਉਹ ਨਜ਼ਾਰਾ ਸਾਹਮਣੇ ਰੱਖੋ ਸਾਧ ਸੰਗਤ, ਜਿਨ੍ਹਾਂ ਪਿਆਰਿਆਂ ਨੇ ਆਪਣੇ ਪਿਤਾ ਦੀ ਪਿੱਠ ਹੋਣ ਤੋਂ ਯਤਨ ਕੀਤਾ ਕਿ ਉਹ ਪਿੱਠ ਨਾ ਹੋਵੇ। ਇਹਨਾਂ ਦੀ ਐਸੀ ਢੰਗ ਨਾਲ ਬੇਅਦਬੀ ਨਾ ਕਰੀਏ। ਹੁਣ ਉਹ ਝਾਤੀ ਪਾਓ ਜਿਹੜੇ ਸ਼ੌਂਕੀਆ ਕੱਟਦੇ ਹੋਏ। ਵਿਸ਼ੇਸ਼ ਤੌਰ ਤੇ ਦਾਸ ਤੇ ਮਾਵਾਂ ਨੂੰ ਵੀ ਬੇਨਤੀ ਕਰੇਗਾ, ਜਿੰਨੀਆਂ ਸੰਸਥਾਵਾਂ ਜ਼ੋਰ ਲਾ ਰਹੀਆਂ ਨੇ ਉਹ ਵੀ ਮੁਬਾਰਕ ਏ। ਮਾਵਾਂ ਦਾ ਵੀ ਫਰਜ਼ ਬਣਦਾ ਹੈ ਉਹ ਵੀ ਬਚਪਨ ਵਿੱਚ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਵਿਰਸੇ ਨਾਲ ਜੋੜਨ, ਤਾਂ ਕਿ ਬੱਚਾ ਵੱਡੇ ਹੋ ਕੇ, ਕਿਉਂਕਿ ਅੱਜ ਸਿੱਖਾਂ ਦੇ ਬੱਚੇ ਟੋਪੀ ਪਾਉਣ ਲੱਗ ਪਏ ਨੇ, ਪਾਉਂਦੇ ਵੀ ਪੁੱਠੀ ਨੇ। ਤੇ ਕਲਗੀਧਰ ਦੇ ਬਚਨ ਨੇ, ਹੋਏ ਸਿੱਖ ਸਿਰ ਟੋਪੀ ਧਰੇ ਤੇ 7 ਜਨਮ ਕੁਸ਼ਤੀ ਹੋਏ ਮਰੇ। ਆਖੋ ਸਤਨਾਮ। ਸਿੱਖਾਂ ਦੇ ਬੱਚੇ ਸਾਧ ਸੰਗਤ ਜੀ ਰੋਮਾਂ ਦੀ ਬੇਅਦਬੀ ਰਾਹੀਂ ਸਿੱਖੀ ਦਾ ਘਾਣ ਹੋ ਰਿਹਾ ਹੈ। ਇਸ ਲਈ ਮਾਪਿਆਂ ਦਾ ਵੀ ਬੜਾ ਵੱਡਾ ਫਰਜ਼ ਹੈ ਕਿ ਬੱਚਿਆਂ ਨੂੰ ਗੁਰਬਾਣੀ ਦੀ ਲਗਨ ਬਚਪਨ ਤੋਂ ਐਸੇ ਢੰਗ ਨਾਲ ਲਗਾਈਏ ਕਿ ਇਹਦੇ ਤੋਂ ਬਚਾਅ ਹੋ ਸਕੇ। ਆ ਇੱਕ ਸਟੇਜ ਤੇ ਦਾਸ ਤੇ ਪਰਮ ਸਤਿਕਾਰਯੋਗ ਸਰਦਾਰ ਗੁਰਚਰਨ ਸਿੰਘ ਜੀ ਟੋੜਾ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਸਨ। ਤੇ ਉਹਨਾਂ ਨੇ ਬਚਨ 2 ਸੁਣਾਏ। ਕਹਿੰਦੇ ਜਮਨਾ ਪਾਰ ਨਗਰ ਕੀਰਤਨ ਨਿਕਲਿਆ ਕਿਸੇ ਮਹਾਂਪੁਰਸ਼ਾਂ ਵੱਲੋਂ, ਜਿਹਦੇ 'ਚ 1.5 ਲੱਖ ਬੰਦਾ ਸੀ। ਕਹਿੰਦੇ ਮੈਂ ਵੀ ਗਿਆ ਸਾਂ ਨਗਰ ਕੀਰਤਨ, ਟੋੜਾ ਸਾਹਿਬ ਨੇ ਬਚਨ ਸੁਣਾਇਆ। ਪੌਣਾ ਘੰਟਾ ਖਲੋ ਕੇ ਦਰਸ਼ਨ ਕੀਤੇ ਨਗਰ ਕੀਰਤਨ ਦੇ। ਕਹਿੰਦੇ ਇੱਕੋ ਗੱਲ ਨੋਟ ਕਰਦਾ ਰਿਹਾ ਕਿ ਦਾੜੀ ਕਿੰਨਿਆਂ ਕੁ ਨੇ ਕੱਟੀ ਹੈ। ਆਖੋ ਸਤਨਾਮ। ਤੇ ਕਹਿੰਦੇ ਮੈਨੂੰ 5% ਵੀ ਨਹੀਂ ਨਜ਼ਰ ਆਏ ਜਮਨਾ ਪਾਰ ਸਿੱਖ ਜਿਨ੍ਹਾਂ ਦਾੜੀ ਕੱਟੀ ਹੋਵੇ। ਤੇ ਕਹਿੰਦੇ ਪੰਜਾਬ 'ਚ 60% ਸਿੱਖੀ ਦਾ ਰੋਮਾਂ ਦੀ ਬੇਅਦਬੀ ਰਾਹੀਂ ਘਾਣ ਹੋ ਰਿਹਾ ਹੈ। ਪੰਜਾਬ 'ਚ ਸਿੱਖੀ ਗਰੀਬ ਹੁੰਦੀ ਜਾ ਰਹੀ, ਬਾਹਰ ਸਿੱਖੀ ਅਮੀਰ ਹੁੰਦੀ ਜਾ ਰਹੀ। ਗੱਜ ਕੇ ਆਖੋ ਸਤਨਾਮ। ਇੱਕ ਦੂਜਾ ਬਚਨ ਉਹਨਾਂ ਨੇ ਸੁਣਾਇਆ
ਕਹਿੰਦੇ ਇੱਕ ਘਰ ਦਾ ਗਏ ਹੋ ਟੋੜਾ ਸਾਹਿਬ, ਕੋ ਬੱਚਾ ਝੋਲੀ 'ਚ ਬਹਿ ਗਿਆ, ਕਿਸੇ ਨੇ ਕਹਿ ਦਿੱਤਾ ਜੀ ਤੁਹਾਡਾ ਪੋਤਰਾ ਹੈ। ਵੈਸੇ ਪ੍ਰੇਮ ਪਿਆਰ ਕੋਈ ਯਾਰ ਦੋਸਤ ਮਿੱਤਰ ਐਸਾ ਉਹਨਾਂ ਦਾ ਬੱਚਾ ਪੋਤਰਾ ਕਹਿਤਾ, ਤੇ ਟੋੜਾ ਸਾਹਿਬ ਨੇ ਬਚਨ ਸੁਣਾਇਆ, ਕਹਿੰਦੇ ਮੈਂ ਉਹਦੇ ਸਿਰ ਤੇ ਹੱਥ ਫੇਰਿਆ ਤੇ ਹੱਸ ਪਿਆ। ਮੈਂ ਕਿਹਾ ਤੁਸੀਂ ਕਹਿੰਦੇ ਹੋ ਮੇਰਾ ਪੋਤਰਾ ਹੈ, ਪਰ ਇਹਦੇ ਵਾਲ ਕਿੱਥੇ ਗਏ ਆ? ਆਖੋ ਸਤਨਾਮ, ਇਹਦੇ ਵਾਲ ਕਿੱਥੇ ਗਏ ਆ? ਤੇ ਬੁਲਾਓ ਇਹਦੀ ਮਾਤਾ ਨੂੰ। ਰਸੋਈ 'ਚੋਂ ਮਾਤਾ ਆਈ, ਮਾਤਾ ਨੂੰ ਪੁੱਛਿਆ ਜੀ ਬੱਚੇ ਦੇ ਵਾਲ ਕਿਉਂ ਕੱਟੇ ਆ? ਦੇਖੋ ਸਿੱਖਾਂ ਦਾ ਬੱਚਾ, ਪਿੰਡਾਂ 'ਚ ਬਹੁਤ ਬੁਰਾ ਹਾਲ। ਗੁਰੂ ਮਿਹਰ ਕਰੇ, ਅਰਦਾਸ ਆ, ਹੋਰ ਕੋਈ ਮਾਰਗ ਨਹੀਂ, ਇਹੀ ਮਾਰਗ ਹੈ ਕਿ ਮਹਾਰਾਜ ਸਿੱਖੀ ਦੇ ਦਾਇਰੇ 'ਚ ਸਾਰੇ ਆ। ਉਹਦੀ ਮਾਤਾ ਨੂੰ ਪੁੱਛਿਆ ਵੀ ਇਹਦੇ ਵਾਲ ਕਿਉਂ ਕੱਟੇ? ਉਹ ਕਹਿੰਦੀ ਫੋੜੇ ਹੋ ਗਏ ਸੀ, ਫੋੜੇ ਹੋ ਗਏ ਸੀ ਹੈਂ ਜੀ, ਤਾਂ ਕੱਟਣੇ ਪਏ। ਟੋੜਾ ਸਾਹਿਬ ਕਹਿੰਦੇ ਰਸੋਈ 'ਚ ਕੀ ਕਰ ਰਹੇ ਹੋ? ਕਹਿੰਦੇ ਜੀ ਚਾਹ ਪਾਣੀ ਬਣਾ ਰਹੇ। ਕਹਿੰਦੇ ਬਣਾਓ ਫਿਰ। ਮਾਤਾ ਨੂੰ ਭੇਜਤਾ। ਹੁਣ ਬੱਚੇ ਨੂੰ ਪੁੱਛਦੇ, ਕਹਿੰਦੇ ਕਾਕਾ ਤੇਰੇ ਸਿਰ 'ਚ ਫੋੜੇ ਹੋਏ ਸੀ? ਆਖੋ ਸਤਨਾਮ। ਉਹ ਕਹਿੰਦਾ ਨਹੀਂ ਜੀ, ਉਹ ਮਾਤਾ ਕੋਲ ਨਹੀਂ ਸੀ। ਬੱਚਾ ਕਹਿੰਦਾ ਜੀ ਨਹੀਂ ਫੋੜੇ ਨਹੀਂ ਹੋਏ ਸੀ, ਮਾਤਾ ਕਹਿੰਦੀ ਸੀ ਰੋਜ਼ ਜੂੜਾ ਕਰਨਾ ਪੈਂਦਾ, ਇਹਦੇ ਨਾਲੋਂ ਚੰਗਾ ਕੱਟ ਹੀ ਦਿੰਦੇ ਆ। ਆਖੋ ਸਤਨਾਮ। ਇਹ ਹਾਲ ਹੈ, ਜਿੱਥੇ ਇਹ ਹਾਲ ਹੋਏਗਾ ਉਹਦਾ ਬੱਚੇ ਦਾ ਭਵਿੱਖ ਕਿਵੇਂ ਬਣੇਗਾ ਫਿਰ ਸਿੱਖੀ ਵਾਲਾ। ਜਦੋਂ ਮਾਤਾ ਨੂੰ ਦੁਬਾਰਾ ਬੁਲਾਇਆ ਵੀ ਤੂੰ ਫੋੜੇ ਕਿ ਨਹੀਂ, ਇਹ ਕਹਿੰਦਾ ਜੂੜੇ ਤੋਂ ਕਰਕੇ। ਮਾਤਾ ਜੀ ਨੇ ਬੜੀ ਸ਼ਰਮਿੰਦਗੀ ਹੋਈ, ਅੱਗੋਂ ਬਚਨ ਕੀਤਾ ਜੀ ਐਸਾ ਨਹੀਂ ਕਰਾਂਗੇ। ਮਾਤਾ ਪਿਤਾ ਦਾ ਵੀ ਬੜਾ ਵੱਡਾ ਭਾਵ ਕਹਿਣ ਦਾ ਫਰਜ਼ ਬਣਦਾ ਹੈ ਇਸ ਕੰਮ ਦੇ ਵਿੱਚ। ਤੋਂ ਗੁਰੂ ਮਿਹਰ ਕਰੇ ਸਾਡੇ ਸਾਹਮਣੇ ਉਹ ਸਿੱਖ ਨੇ ਜਿਹੜਾ ਦਾੜੀ ਦਾ ਚਿੱਟਾ ਵਾਲ ਕੱਢਿਆ, ਉਹ ਇਤਿਹਾਸ ਸਾਹਮਣੇ ਆਵੇ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸਾਡੇ ਸਾਹਮਣੇ ਆਵੇ, ਵਿਗਿਆਨੀ ਖੋਜ ਸਾਡੇ ਸਾਹਮਣੇ ਆਵੇ, ਪੁਰਾਤਨ ਇਤਿਹਾਸ 'ਚ ਕਿਵੇਂ ਕੇਸਾਂ ਦਾ ਸਤਿਕਾਰ ਰਿਹਾ, ਇਹ ਚੀਜ਼ਾਂ ਸਾਡੇ ਸਾਹਮਣੇ ਆਣ। ਗੁਰੂ ਬਖਸ਼ਿਸ਼ ਕਰੇ। ਦਾਸ ਬੇਨਤੀ ਕਰੇਗਾ ਕਿ ਥੋੜਾ ਬਹੁਤਾ ਸੋਹਣੇ ਨਾ ਲੱਗੋ, ਜੋਬਨ ਜਾਂਦਾ ਚਲਾ ਜਾਵੇ ਪਰ ਸ਼ੌ ਨਾ ਪ੍ਰੀਤ ਨਾ ਜਾਵੇ। ਇਹੋ ਜਿਹੀਆਂ ਤੁਕਾਂ ਸਾਡੇ ਅੰਦਰ ਘਰ ਘਰ ਜਾਣ। ਆਓ ਪਿਆਰ ਨਾਲ ਪੜ੍ਹੀਏ, ਫਿਰ ਸਮਾਪਤੀ ਹੈ ਜੀ। ਮੇਰੇ ਖਿਆਲ ਨਾਲ ਮਹਾਰਾਜ ਮਿਹਰ ਕਰੇ ਅਸੀਂ ਕਲਗੀਧਰ ਦੀ ਝੋਲੀ 'ਚ ਬੈਠੀਏ, ਇੱਕ ਰੋਮ ਦੀ ਵੀ ਬੇਦਬੀ ਨਾ ਕਰੀਏ, ਤੇ ਉਹ ਅਨਮੋਲ ਦਾਤਾਂ ਪ੍ਰਾਪਤ ਕਰੀਏ। ਪੜ੍ਹੋ ਜੀ ਸਾਰੇ। ਜੋ ਬੰਦਿਆਂ ਦੇ ਨਾ ਡਰਾਂ, ਦੇਸ਼ ਪ੍ਰੀਤ ਨਾ ਜਾਏ। ਨਾ ਜਾਏ, ਜਿਸ ਪ੍ਰੀਤ ਨਾ ਜਾਏ, ਜਿਸ ਪ੍ਰੀਤ ਨਾ ਜਾਏ। ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਆਹਾ ਜੋ ਤਨ ਚੀਰੇ ਅੰਗ ਨਾ ਮੋਰ, ਪਿੰਡ ਪਰੇ ਤੋ ਪ੍ਰੀਤ ਨਾ ਤੋੜੋ। ਜੋ ਬਨ ਜਾਂਦੇ ਨਾ ਡਰਾਂ, ਇਸ ਪ੍ਰੀਤ ਨਾ ਜਾਏ। ਸਾਰੇ ਬੋਲੋ ਜਾਂਦੇ ਨਾ ਡਰਾਂ, ਪ੍ਰੀਤ ਨਾ ਜਾਏ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਵਾਹ ਵਾਹ। ਜੋ ਬਨ ਜਾਂਦੇ ਨਾ ਡਰਨਾ, ਇਸ ਪ੍ਰੀਤ ਨਾ ਜਾਏ, ਇਸ ਪ੍ਰੀਤ ਨਾ ਜਾਏ।